ਸਤਿ ਸ੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਕਪੂਰ ਸਿੰਘ ਘੁੰਮਣ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਚਰਚਾ ਕਰਾਂਗੇ। ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ, ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਸਕਦੇ ਹੋ, ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਸਾਹਿਤਕ ਸੱਚ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਹੁਣ ਤੱਕ ਜਾਰੀ ਕੀਤੀਆਂ ਗਈਆਂ ਲੈਕਚਰ ਲੜੀਆਂ ਵੀ ਸੁਣਦੇ ਰਹਿਣਾ ਤੇ ਨਾਲ ਹੀ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਨਾ ਨਾ ਭੁੱਲਣਾ, ਤਾਂ ਜੋ ਇਸ ਚੈਨਲ ਦੇ ਰਾਹੀਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਨਾਲ ਜੋੜਨ ਦੇ ਵਿੱਚ ਤੁਹਾਡਾ ਯੋਗਦਾਨ ਸ਼ਾਮਿਲ ਹੋ ਸਕੇ। ਇਸ ਲਈ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹਿਣਾ ਅਤੇ ਲਾਈਕ ਵੀ ਕਰਨਾ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਕਪੂਰ ਸਿੰਘ ਘੁੰਮਣ ਪੰਜਾਬੀ ਨਾਟਕ ਖੇਤਰ ਦੇ ਵਿੱਚ ਇੱਕ ਅਜਿਹੀ ਅੰਜੀਮ ਸ਼ਖਸੀਅਤ ਹਨ ਜਿਨ੍ਹਾਂ ਦੇ ਆਗਮਨ ਦੇ ਨਾਲ ਪੰਜਾਬੀ ਨਾਟਕ ਜਾਂ ਰੰਗਮੰਚ ਦੇ ਖੇਤਰ ਦੇ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ, ਕਿਉਂਕਿ ਇਹਨਾਂ ਦੇ ਆਗਮਨ ਦੇ ਨਾਲ ਪੰਜਾਬੀ ਨਾਟਕ ਵਿਸ਼ੇ ਪੱਖ ਤੋਂ, ਕਲਾ ਪੱਖ ਤੋਂ ਅਤੇ ਮੰਚ ਦੇ ਪੱਖੋਂ ਵੀ ਨਵੇਂ ਤਜਰਬੇ ਕਰਦਾ ਹੈ। ਇਸੇ ਸਦਕਾ ਇਹਨਾਂ ਨੂੰ ਪ੍ਰਯੋਗਸ਼ੀਲ ਨਾਟਕਕਾਰ ਵੀ ਕਿਹਾ ਜਾਂਦਾ ਹੈ। ਇਹ ਇੱਕ ਅਜਿਹੇ ਸੰਵੇਦਨਸ਼ੀਲ ਨਾਟਕਕਾਰ ਸਨ ਜਿਨ੍ਹਾਂ ਨੇ ਨਾਟਕ ਲੇਖਣ ਦੇ ਵਿੱਚ ਹੀ ਆਪਣੀ ਭੂਮਿਕਾ ਨਹੀਂ ਨਿਭਾਈ, ਸਗੋਂ ਨਾਟਕਾਂ ਦੇ ਵਿੱਚ ਅਦਾਕਾਰੀ ਵੀ ਕੀਤੀ ਅਤੇ ਸਫਲ ਨਿਰਦੇਸ਼ਕ ਵਜੋਂ ਵੀ ਆਪਣਾ ਯੋਗਦਾਨ ਪਾਇਆ। ਇੱਥੋਂ ਤੱਕ ਕਿ ਇਹਨਾਂ ਦਾ ਸਮੁੱਚਾ ਪਰਿਵਾਰ ਰੰਗਮੰਚ ਦੇ ਨਾਲ ਜੁੜਿਆ ਹੋਇਆ ਸੀ ਔਰ ਪੰਜਾਬੀ ਨਾਟਕ ਜਾਂ ਰੰਗਮੰਚ ਦੇ ਵਿਕਾਸ ਦੇ ਲਈ ਇਹਨਾਂ ਨੇ ਰੂਪਕ ਕਲਾ ਸੰਗਮ ਨਾਂ ਦੀ ਇੱਕ ਸੰਸਥਾ ਵੀ ਬਣਾਈ ਹੋਈ ਸੀ, ਜੋ ਪੰਜਾਬ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਜਾ ਕੇ ਪੰਜਾਬੀ ਨਾਟਕ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੀ ਰਹੀ। ਕਪੂਰ ਸਿੰਘ ਘੁੰਮਣ ਦਾ ਜਨਮ 2 ਫਰਵਰੀ 1927 ਈਸਵੀ ਨੂੰ ਪਿੰਡ ਦੁਲਚੀਕੇ, ਜ਼ਿਲ੍ਹਾ ਸਿਆਲਕੋਟ ਵਿਖੇ ਮਾਤਾ ਹਰਨਾਮ ਕੌਰ ਅਤੇ ਪਿਤਾ ਬੂਟਾ ਸਿੰਘ ਦੇ ਗ੍ਰਹਿ ਵਿਖੇ ਹੋਇਆ। ਸਿੱਖਿਆ ਇਹਨਾਂ ਨੇ MA ਪੰਜਾਬੀ ਤੱਕ ਦੀ ਹਾਸਲ ਕੀਤੀ। ਕਿੱਤੇ ਵਜੋਂ ਇਹਨਾਂ ਨੇ ਲੇਖਣ ਦਾ ਕਾਰਜ ਤਾਂ ਤਾਉਮਰ ਜਾਰੀ ਰੱਖਿਆ ਹੀ, ਇਸ ਦੇ ਨਾਲ ਹੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਜੋਂ ਵੀ ਆਪਣੀਆਂ ਭੂਮਿਕਾਵਾਂ ਨਿਭਾਈਆਂ ਅਤੇ ਡਾਇਰੈਕਟਰ ਪੰਜਾਬ ਯੂਨੀਵਰਸਿਟੀ ਟੈਕਸਟ ਬੋਰਡ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਰਹੇ। ਸਨਮਾਨ ਇਹਨਾਂ ਨੂੰ ਪਾਗਲ ਲੋਕ ਇਹਨਾਂ ਦੀ ਨਾਟਕੀ ਕਿਰਤ ਸਦਕਾ 1984 ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਹਾਸਿਲ ਹੋਇਆ। ਅਕਾਲ ਚਲਾਣਾ ਇਹਨਾਂ ਦਾ ਇੱਕ ਸੜਕ ਹਾਦਸੇ ਵਿੱਚ, ਜੋ ਕਿ ਖੰਨਾ ਦੇ ਨਜ਼ਦੀਕ ਇੱਕ ਕਾਰ ਹਾਦਸੇ ਦੇ ਵਿੱਚ ਇਹਨਾਂ ਦੀ 16 ਨਵੰਬਰ 1985 ਈਸਵੀ ਨੂੰ ਇਹ ਅਕਾਲ ਦਾ ਗ੍ਰਾਸ ਬਣ ਗਏ। ਇਸ ਤਰ੍ਹਾਂ ਪੰਜਾਬੀ ਨਾਟਕ ਖੇਤਰ ਦੀ ਇੱਕ ਜੋ ਬੇਹੱਦ ਸਿਰਜਣਸ਼ੀਲ ਸ਼ਖਸੀਅਤ ਜੋ ਸੀ, ਉਸ ਦਾ ਅਜਾਈਂ ਇੱਕ ਹਾਦਸੇ ਦੇ ਦੌਰਾਨ ਰੁਖਸਤ ਕਰ ਜਾਣਾ ਪੰਜਾਬੀ ਸਾਹਿਤ ਪ੍ਰੇਮੀਆਂ ਦੇ ਲਈ ਔਰ ਖਾਸ ਕਰਕੇ ਪੰਜਾਬੀ ਨਾਟਕ ਦੇ ਵਿੱਚ ਲਈ ਇੱਕ ਬਹੁਤ ਵੱਡੀ ਊਣਤਾਈ ਜਾਂ ਬਹੁਤ ਵੱਡੀ ਘਾਟ ਸੀ। ਇਹਨਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਵੱਖ-ਵੱਖ ਰਚਨਾਵਾਂ ਦੇ ਕੇ ਪੰਜਾਬੀ ਸਾਹਿਤ ਦੀ ਝੋਲੀ ਨੂੰ ਵਿਕਸਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ। ਸਭ ਤੋਂ ਪਹਿਲੀ ਜੋ ਨਾਟਕੀ ਕਿਰਤ ਸੀ ਇਹਨਾਂ ਦੀ, ਉਹ ਰੱਬ ਦੇ ਰੰਗ 1954 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਅਤੇ ਅਣਹੋਣੀ ਰਚਨਾ ਜੋ ਹੈ ਉਹੀ ਨਾਟਕੀ ਕਿਰਤ ਜੈਲਦਾਰ ਦੇ ਰੂਪ ਦੇ ਵਿੱਚ 1956 ਈਸਵੀ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਇਹ ਰਚਨਾ। ਇਸ ਤਰ੍ਹਾਂ ਪੰਜਾਬੀ ਨਾਟਕ ਦੇ ਖੇਤਰ ਦੇ ਵਿੱਚ ਇਹਨਾਂ ਦਾ ਰੱਖਿਆ ਹੋਇਆ ਕਦਮ ਜੋ ਹੈ ਨਿਰੰਤਰ ਵਿਕਾਸ ਦੀਆਂ ਪੌੜੀਆਂ ਚੜ੍ਹਦਾ ਜਾਂਦਾ ਹੈ। ਇਹਨਾਂ ਦੀ ਰਚਨਾ ਬੰਦ ਗਲੀ ਦੇ ਵਿੱਚ ਇਹਨਾਂ ਨੇ ਜੋ ਸਾਡਾ ਬੁੱਧੀਜੀਵੀ ਤਬਕਾ ਹੈ ਉਸ ਦਾ ਅੰਦਰਲੇ ਖੋਖਲੇਪਨ ਅਤੇ ਬਾਹਰੀ ਲਿਫਾਫੇਬਾਜ਼ੀ ਜਾਂ ਬਾਹਰੀ ਦਿਖਾਵੇ ਦੀ ਜਿਹੜੀ ਉਹਨਾਂ ਦੀ ਫਿਤਰਤ ਹੈ, ਉਸ ਨੂੰ ਬੜੇ ਵਿਅੰਗਮਈ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਹੈ। ਜਿਉਂਦੀ ਲਾਸ਼ ਰਚਨਾ ਦੇ ਨਾਲ ਇਹਨਾਂ ਦੀ ਲੇਖਣੀ ਦੇ ਵਿੱਚ ਇੱਕ ਨਵਾਂ ਮੋੜ ਆਉਂਦਾ ਹੈ। ਅਸਲ ਦੇ ਵਿੱਚ ਜਿਉਂਦੀ ਲਾਸ਼ ਰਚਨਾ ਨੂੰ ਜੋ ਹੈ ਇਹਨਾਂ ਦੀ ਦੂਸਰੇ ਦੌਰ ਦੀ ਰਚਨਾ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਪੁਤਲੀ ਘਰ ਰਚਨਾ ਜੋ ਹੈ, ਇਸ ਦੇ ਨਾਲ ਇਹਨਾਂ ਦਾ ਬੱਝਵਾਂ ਪ੍ਰਭਾਵ ਜੋ ਹੈ ਨਾਟਕ ਖੇਤਰ ਦੇ ਵਿੱਚ ਪੈਣਾ ਸ਼ੁਰੂ ਹੁੰਦਾ ਹੈ ਅਤੇ ਅਤੀਤ ਦੇ ਪਰਛਾਵੇਂ ਇੱਕ ਅਜਿਹੀ ਨਾਟਕੀ ਕਿਰਤ ਹੈ ਇਹਨਾਂ ਦੀ, ਜਿਸ ਦੇ ਵਿੱਚ ਇਹਨਾਂ ਨੇ ਪ੍ਰਤੀਕਾਤਮਕ ਤੌਰ ਦੇ ਵਿੱਚ ਮਨੋਵਿਗਿਆਨਿਕ ਪੱਧਰ 'ਤੇ ਜੋ ਮਨੁੱਖ ਦੀ ਮਨੋਵਿਗਿਆਨਿਕ ਸਥਿਤੀ ਹੈ ਉਸ ਨੂੰ ਪੇਸ਼ ਕੀਤਾ ਹੈ ਔਰ ਇਸ ਨਾਟਕ ਨੂੰ 1967 ਈਸਵੀ ਦੇ ਵਿੱਚ ਜੋ
ਪੰਜਾਬੀ ਨਾਟ ਸੰਸਥਾ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸੇ ਤਰ੍ਹਾਂ ਇਹਨਾਂ ਦਾ ਨਾਟਕ ਜੋ ਹੈ ਬੁਝਾਰਤ ਨਾਟਕ ਦੇ ਵਿੱਚ ਯਥਾਰਥਵਾਦੀ ਰੰਗ ਜੋ ਹੈ ਇਹਨਾਂ ਨੇ ਭਰਿਆ ਹੈ। ਅਸਲ ਦੇ ਵਿੱਚ ਬੁਝਾਰਤ ਨਾਟਕ ਜੋ ਹੈ ਇਹ ਜਗਤ ਪ੍ਰਸਿੱਧ ਨਾਟਕਕਾਰ ਸਟਿੰਗਬਰਗ ਦੀ ਜੀਵਨ ਕਥਾ ਦਾ ਹੀ ਇੱਕ ਤਰ੍ਹਾਂ ਦੇ ਨਾਲ ਰੂਪਾਂਤਰਣ ਹੈ। ਮੂਕ ਸੰਸਾਰ ਨਾਟਕੀ ਕਿਰਤ ਦੇ ਵਿੱਚ ਇਹਨਾਂ ਨੇ ਨਵੀਂ ਤਕਨੀਕ ਜੋ ਪੈਦਾ ਕੀਤੀ ਜਾਂ ਪੇਸ਼ ਕੀਤੀ। ਰਾਣੀ ਕੋਕਲਾਂ ਨਾਟਕ ਜੋ ਹੈ ਅਤੇ ਰੋਡਾ ਜਲਾਲੀ, ਇਹ ਦੋਵੇਂ ਨਾਟਕੀ ਕਿਰਤਾਂ ਇਹਨਾਂ ਦੇ ਵਿੱਚ ਇਤਿਹਾਸਕ ਅਤੇ ਮਿਥਿਹਾਸਕ ਰੰਗਣ ਦੇ ਦੀਦਾਰ ਹੁੰਦੇ ਹਨ। ਔਰ ਰਾਣੀ ਕੋਕਲਾਂ ਨਾਟਕ ਜੋ ਹੈ ਇਸ ਨੂੰ 1982 ਈਸਵੀ ਦੇ ਵਿੱਚ ਜੋ ਸਨਮਾਨ ਵੀ ਹਾਸਿਲ ਹੁੰਦਾ ਹੈ ਪੰਜਾਬੀ ਸਮੀਖਿਆ ਬੋਰਡ ਵੱਲੋਂ। ਔਰ ਇਸੇ ਰਚਨਾ ਨੂੰ ਹੀ ਯਾਨੀ ਕਿ ਰਾਣੀ ਕੋਕਲਾਂ ਨੂੰ 1985 ਦੇ ਵਿੱਚ ਵੀ ਜੋ ਹੈ ਵਿਸ਼ਵ ਪੰਜਾਬੀ ਮੰਚ ਵਜੋਂ ਸਤਿਕਾਰ ਜਾਂ ਸਨਮਾਨ ਹਾਸਿਲ ਹੋਇਆ। ਇਸ ਤੋਂ ਬਾਅਦ ਆ ਜਾਂਦਾ ਹੈ ਇਹਨਾਂ ਦੀ ਰਚਨਾ ਪਾਗਲ ਲੋਕ, ਜੋ ਕਿ ਭਾਰਤੀ ਸਾਹਿਤ ਅਕਾਦਮੀ ਦੁਆਰਾ ਸਨਮਾਨਿਤ ਰਚਨਾ ਹੈ। ਇਸ ਰਚਨਾ ਨੂੰ ਵੀ 1984 ਦੇ ਵਿੱਚ ਸਨਮਾਨ ਹਾਸਿਲ ਹੋਇਆ ਸੀ। ਔਰ ਇਸ ਰਚਨਾ ਦੇ ਵਿੱਚ ਯਾਨੀ ਕਿ ਪਾਗਲ ਲੋਕ ਦੇ ਵਿੱਚ ਇਹਨਾਂ ਨੇ ਪਾਗਲਖਾਨੇ ਦੇ ਅੰਦਰ ਜੋ ਡਾਕਟਰ ਜਿਹੜੇ ਨੇ ਉਹਨਾਂ ਦਾ ਜੋ ਚਿੱਤਰਣ ਹੈ ਉਹ ਵਾਸਤਵਿਕ ਪੱਧਰ 'ਤੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਰਾਜਨੀਤਿਕ ਪੱਖ ਤੋਂ ਜੋ ਇਹਨਾਂ ਦੀਆਂ ਰਚਨਾਵਾਂ ਹਨ ਉਹ ਆਜ਼ਾਦੀ ਦਾ ਸੁਪਨਾ ਇਸ ਦੇ ਵਿੱਚ ਜੋ ਹੈ ਰਾਜਨੀਤਿਕ ਪੱਖ ਤੋਂ ਇੱਕ ਵਧੀਆ ਰਚਨਾ ਦਾ ਦਰਜਾ ਅਖਤਿਆਰ ਕਰ ਗਈ ਹੈ। ਇਸੇ ਦੇ ਨਾਲ ਹੀ ਸੁਪਨੇ ਦੇ ਪਰਛਾਵੇਂ, ਨੂਰ ਜਹਾਂ ਅਤੇ ਉੱਚਾ ਤਖਤ ਲਾਹੌਰ ਆਦਿ ਰਚਨਾਵਾਂ ਜਿਹੜੀਆਂ ਹਨ ਉਹ ਇਹਨਾਂ ਦੀਆਂ ਅਪ੍ਰਕਾਸ਼ਿਤ ਰਚਨਾਵਾਂ ਹਨ ਔਰ ਜਿਨ੍ਹਾਂ ਦੇ ਖਰੜੇ ਇਹਨਾਂ ਦੇ ਪਰਿਵਾਰ ਦੇ ਕੋਲ ਅੱਜ ਵੀ ਮੌਜੂਦ ਹਨ। ਇਸ ਤੋਂ ਬਾਅਦ ਆ ਜਾਂਦੇ ਹਨ ਇਹਨਾਂ ਦੇ ਮਕਬੂਲ ਇਕਾਂਗੀ ਜਾਂ ਪ੍ਰਸਿੱਧ ਇਕਾਂਗੀ ਜਿਹੜੇ ਨੇ, ਇਹ ਇਹਨਾਂ ਦੇ ਵਿੱਚੋਂ ਵਿਦਿਆਰਥੀ ਆਪਣੀ ਸਹੂਲੀਅਤ ਅਨੁਸਾਰ ਸ਼ਾਮਿਲ ਕਰ ਸਕਦੇ ਨੇ। ਅਗਲੀ ਰਚਨਾ ਜੋ ਹੈ ਇਹਨਾਂ ਦਾ ਸੰਪਾਦਨ ਦੇ ਖੇਤਰ ਦੇ ਵਿੱਚ ਵੀ ਨਵੇਕਲਾ ਯੋਗਦਾਨ ਹੈ। ਇਹ ਰਚਨਾਵਾਂ ਪਰਦਿਆਂ ਦੇ ਆਰ ਪਾਰ, ਰੰਗ ਬਰੰਗੇ ਮੰਚ, 6 ਦਰ, 7 ਦਵਾਰ, ਗੁਰੂ ਗੋਬਿੰਦ ਸਿੰਘ ਮਾਰਗ ਆਦਿ ਰਚਨਾਵਾਂ ਦਾ ਇਹਨਾਂ ਨੇ ਪੰਜਾਬੀ ਦੇ ਵਿੱਚ ਸੰਪਾਦਨ ਕਰਦੇ ਰਹੇ ਔਰ ਸੰਪਾਦਿਤ ਕੀਤੀਆਂ ਇਹ ਪੁਸਤਕਾਂ ਜੋ ਸਨ। ਔਰ ਅਨੁਵਾਦ ਇਹਨਾਂ ਨੇ ਟੈਗੋਰ ਦਾ ਡਰਾਮਾ ਦਾ ਪੰਜਾਬੀ ਦੇ ਵਿੱਚ ਕੀਤਾ। ਪੁਰਸਕਾਰ ਜਿਵੇਂ ਕਿ ਪਹਿਲਾਂ ਦੱਸ ਚੁੱਕੇ ਹਾਂ ਕਿ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਇਹਨਾਂ ਦੀ ਰਚਨਾ ਅਤੀਤ ਦੇ ਪਰਛਾਵੇਂ ਨੂੰ 1984 ਦੇ ਵਿੱਚ ਜੋ ਸਨਮਾਨ ਹਾਸਿਲ ਹੋਇਆ ਸੀ, ਪਾਗਲ ਲੋਕ ਰਚਨਾ ਨੂੰ ਜੋ ਸੀ ਉਹ ਸਨਮਾਨ ਹਾਸਿਲ ਹੋਇਆ ਸੀ। ਔਰ ਅਤੀਤ ਦੇ ਪਰਛਾਵੇਂ ਜੋ ਰਚਨਾ ਹੈ ਉਸ ਰਚਨਾ ਨੂੰ 1982 ਅਤੇ 85 ਦੋ ਵਾਰ ਸਨਮਾਨਿਤ ਹੋਈ। ਇੱਕ ਵਾਰ ਪੰਜਾਬੀ ਨਾਟ ਸੰਸਥਾ ਜੋ ਹੈ ਉਸ ਵੱਲੋਂ 1967 ਦੇ ਵਿੱਚ ਵੀ ਇਹਨਾਂ ਨੂੰ ਸਨਮਾਨ ਹਾਸਿਲ ਹੋਇਆ। ਸੋ ਸਨਮਾਨ ਦੇ ਪੱਖੋਂ ਜੋ ਹੈ ਇਹਨਾਂ ਦੀ ਝੋਲੀ ਕਾਫੀ ਪ੍ਰਫੁੱਲਿਤ ਰਹੀ। ਇਸ ਤੋਂ ਬਾਅਦ ਆ ਜਾਂਦਾ ਹੈ ਇਹਨਾਂ ਦੀਆਂ ਰਚਨਾਵਾਂ ਦਾ ਵਿਸ਼ਾ ਪੱਖ, ਕਿਉਂਕਿ ਵਿਸ਼ੇ ਪੱਖੋਂ ਜੋ ਕਪੂਰ ਸਿੰਘ ਘੁੰਮਣ ਹੈ ਇਸਨੇ ਆਪਣੀਆਂ ਨਾਟਕੀ ਰਚਨਾਵਾਂ ਦੇ ਵਿੱਚ ਬੜੇ ਤਜਰਬੇ ਕੀਤੇ ਹਨ, ਕਿਉਂਕਿ ਇਹਨਾਂ ਨੂੰ ਪ੍ਰਯੋਗਸ਼ੀਲ ਨਾਟਕਕਾਰ ਪਹਿਲਾਂ ਅਸੀਂ ਦੱਸ ਚੁੱਕੇ ਹਾਂ। ਕਿਉਂਕਿ ਇਹਨਾਂ ਨੇ ਆਪਣੇ ਨਾਟਕਾਂ ਦੇ ਵਿੱਚ ਨਵੇਂ ਪ੍ਰਯੋਗ ਕਰਨ ਦਾ ਇੱਕ ਰਿਸਕ ਲੈਣਾ ਕਹਿ ਸਕਦੇ ਹਾਂ ਔਰ ਉਸ ਦੇ ਵਿੱਚ ਪੂਰੀ ਤਰ੍ਹਾਂ ਸਫਲ ਵੀ ਰਹੇ, ਕਿਉਂਕਿ ਪਰਛਾਵਿਆਂ ਦੀ ਜੁਗਤ ਇਹਨਾਂ ਨੇ ਪਹਿਲੀ ਵਾਰ ਪੰਜਾਬੀ ਨਾਟਕ ਦੇ ਵਿੱਚ ਜੋ ਸੀ ਉਸ ਦਾ ਪ੍ਰਯੋਗ ਕੀਤਾ ਅਤੀਤ ਦੇ ਪਰਛਾਵੇਂ ਰਚਨਾ ਦੇ ਵਿੱਚ। ਅਤੇ ਪੁਤਲੀ ਨਾਟ ਦੇ ਵਿੱਚ ਵੀ ਜੋ ਪੁਤਲੀ ਘਰ ਨਾਟਕ ਹੈ ਇਸ ਦੇ ਵਿੱਚ ਇਹਨਾਂ ਨੇ ਪੁਤਲੀ ਨਾਟ ਯਾਨੀ ਕਿ ਕਠਪੁਤਲੀ ਨਾਟ ਜੋ ਹੁੰਦਾ ਹੈ, ਕਠਪੁਤਲੀਆਂ ਦੇ ਤਮਾਸ਼ੇ ਜੋ ਹੁੰਦੇ ਹਨ ਉਸ ਵਿਧੀ ਦਾ ਪ੍ਰਯੋਗ ਕੀਤਾ ਹੈ। ਅਸਲ ਦੇ ਵਿੱਚ ਕਪੂਰ ਸਿੰਘ ਘੁੰਮਣ ਨੇ ਪੱਛਮ ਵਿੱਚ ਜੋ ਪ੍ਰਚਲਿਤ ਨਾਟਕੀ ਵਿਧੀਆਂ ਸਨ ਜਾਂ ਨਾਟਕੀ ਸ਼ੈਲੀਆਂ ਸਨ ਉਹਨਾਂ ਦੇ ਹੀ ਪੰਜਾਬੀ ਦੇ ਵਿੱਚ ਪ੍ਰਯੋਗ ਕੀਤੇ ਔਰ ਉਹਨਾਂ ਪ੍ਰਯੋਗ ਦੇ ਵਿੱਚ ਜੋ ਹੈ ਉਹ ਪੂਰੀ ਤਰ੍ਹਾਂ ਸਫਲ ਵੀ ਰਿਹਾ। ਘੁੰਮਣ ਦੇ ਨਾਟਕਾਂ ਦੇ ਜਿਹੜੇ ਵਿਸ਼ੇ ਹਨ, ਭਾਵ ਉਸਨੇ ਜੋ ਨਾਟਕੀ ਵਿਧੀਆਂ ਦਾ ਵੀ ਪ੍ਰਯੋਗ ਕੀਤਾ ਔਰ ਸੰਵੇਦਨਸ਼ੀਲ ਨਾਟਕਕਾਰ ਹੈ। ਆਪਣੇ ਸਮੇਂ ਦੀਆਂ ਜੋ ਸਮੱਸਿਆਵਾਂ ਹਨ ਉਹਨਾਂ ਨੂੰ ਸੰਵੇਦਨਸ਼ੀਲ ਹੋ ਕੇ ਉਲੀਕਣਾ ਆਪਣੇ ਸਾਹਿਤ ਰਚਨਾਵਾਂ ਦਾ ਮਾਧਿਅਮ ਬਣਾਉਣਾ, ਜਿਵੇਂ ਔਰਤ ਮਰਦ ਦੇ ਸੰਬੰਧਾਂ ਦੀ ਪੇਸ਼ਕਾਰੀ ਜਾਂ ਔਰਤ ਮਰਦ ਦੇ ਸੰਬੰਧਾਂ ਦੀ ਮਨੋਵਿਗਿਆਨਿਕ ਪੱਧਰ ਤੋਂ ਚਿੱਤਰਣ ਕਰਨ ਦਾ ਵੀ ਉਹ ਇੱਕ ਸਫਲ ਚੁਤੇਰਾ ਸੀ। ਪ੍ਰਯੋਗਸ਼ੀਲ ਨਾਟਕਕਾਰ ਤਾਂ ਹੈ ਹੀ, ਉਸਨੇ ਨਵੀਆਂ
ਨਾਟਕੀ ਵਿਧੀਆਂ ਨੂੰ ਵੀ ਅਪਣਾਇਆ ਹੈ ਔਰ ਨਵਿਆਂ ਵਿਸ਼ਿਆਂ ਨੂੰ ਵੀ ਅਪਣਾਇਆ ਹੈ। ਸਮਾਜਿਕ ਕੁਰੀਤੀਆਂ ਦਾ ਚਿੱਤਰਨ ਕਰਨ ਦੇ ਵਿੱਚ ਵੀ ਉਹ ਮੋਢੀ ਵਜੋਂ ਜਾਂ ਮੁਖਰ ਰੂਪ ਦੇ ਵਿੱਚ ਉਸਨੇ ਸਮਾਜਿਕ ਸਮੱਸਿਆਵਾਂ ਨੂੰ ਆਪਣੇ ਨਾਟਕਾਂ ਦੇ ਵਿੱਚ ਉਲੀਕਿਆ ਹੈ ਔਰ ਉਹਨਾਂ ਨੂੰ ਉਲੀਕਣ ਦੇ ਵਿੱਚ ਉਹ ਪੂਰੀ ਤਰ੍ਹਾਂ ਸਫਲ ਵੀ ਰਿਹਾ ਹੈ। ਉਸ ਦਾ ਅੰਤਿਮ ਨਾਟਕ ਜੋ ਹੈ ਉਹ ਨਾਰੀ ਮੁਕਤੀ ਹੈ। ਨਾਰੀ ਮੁਕਤੀ ਨਾਟਕ ਦੇ ਵਿੱਚ ਘੁੰਮਣ ਨੇ ਨਾਰੀ ਸੁਤੰਤਰਤਾ ਦੇ ਪ੍ਰਤੀ ਆਪਣੇ ਸਾਰੇ ਜੋ ਭਾਵ ਹਨ ਉਹਨਾਂ ਨੂੰ ਬੜੇ ਕਰੁਣਮਈ ਅੰਦਾਜ਼ ਦੇ ਵਿੱਚ ਔਰ ਬੜੀ ਸੁਹਿਰਦਤਾ ਦੇ ਨਾਲ ਪੇਸ਼ ਕੀਤਾ ਹੈ। ਇਸ ਤਰ੍ਹਾਂ ਪੰਜਾਬੀ ਨਾਟਕ ਜਾਂ ਰੰਗਮੰਚ ਦੇ ਖੇਤਰ ਦੇ ਵਿੱਚ ਕਪੂਰ ਸਿੰਘ ਘੁੰਮਣ ਜੋ ਹੈ ਉਸ ਨੂੰ ਕੇਵਲ ਵਿਸ਼ੇ ਦੇ ਪੱਖਾਂ ਤੋਂ ਹੀ ਅਸੀਂ ਜਾਂ ਨਵੀਨ ਵਿਸ਼ਿਆਂ ਨੂੰ ਚਿੱਤਰਨ ਵਾਲਾ ਹੀ ਰਚੈਤਾ ਨਹੀਂ ਕਹਿ ਸਕਦੇ, ਸਗੋਂ ਉਸਨੇ ਮੰਚ ਦੇ ਵਿੱਚ ਵੀ ਸਫਲ ਪ੍ਰਯੋਗ ਕੀਤੇ। ਜਿਵੇਂ ਕਿ ਪਹਿਲਾਂ ਵੀ ਦੱਸਿਆ ਸੀ ਕਿ ਇਸ ਘੁੰਮਣ ਤੋਂ ਪਹਿਲਾਂ ਪੰਜਾਬੀ ਨਾਟਕ ਜੋ ਸੀ ਉਹ ਕੰਧਾਂ ਤੱਕ ਜਾਂ ਜੋ ਬੰਦ ਕਮਰਿਆਂ ਦੇ ਵਿੱਚ ਜੋ ਸਟੇਜ ਸਨ ਉਹਨਾਂ ਤੱਕ ਹੀ ਸੀਮਿਤ ਸਨ, ਪਰ ਘੁੰਮਣ ਦੇ ਆਗਮਨ ਦੇ ਨਾਲ ਪੰਜਾਬੀ ਰੰਗਮੰਚ ਬੰਦ ਕਮਰਿਆਂ ਵਿੱਚੋਂ ਨਿਕਲ ਕੇ ਸਾਗਰਾਂ ਅਤੇ ਪਰਬਤਾਂ ਤੱਕ ਦੇ ਜੋ ਪ੍ਰਾਕ੍ਰਿਤਿਕ ਦ੍ਰਿਸ਼ ਸਨ ਜਾਂ ਪ੍ਰਾਕ੍ਰਿਤਿਕ ਜੋ ਸੱਜਾ ਸੀ ਉਸ ਦੇ ਵਿੱਚ ਪੰਜਾਬੀ ਨਾਟਕ ਖੇਤਰ ਨੂੰ ਜਾਂ ਪੰਜਾਬੀ ਰੰਗਮੰਚ ਨੂੰ ਲਿਜਾ ਕੇ ਉਸਨੇ ਇੱਕ ਨਵਾਂ ਰੰਗ ਵੀ ਭਰਿਆ ਕਲਾ ਦੇ ਖੇਤਰ ਦੇ ਵਿੱਚ ਔਰ ਉਸ ਤਜਰਬੇ ਦੇ ਵਿੱਚ ਉਹ ਪੂਰੀ ਤਰ੍ਹਾਂ ਸਫਲ ਵੀ ਰਿਹਾ।